देश विदेश दीयां समूचियां सिख संगतां नूं BGSY चैनल दे उपर दास गुरमीत सिंह जम्मू वालों वाहिगुरू जी का खालसा वाहिगुरू जी की फतेह। जिस तरह कि आप जी जानते हो कि गुरुद्वारा प्रबंधक कमेटी जम्मू दीयां जो इलैक्शनां ने वो 27 तारीख नूं होण जा रही ने, जिस संबंध दे विच जम्मू कश्मीर दे हर हलके तो उम्मीदवार जड़े ने वो मैदान दे विच उतरे ने। सो उस संदर्भ दे विच असी गुरु नानक नगर जम्मू हलके दे साडे पंथक एकता मोर्चा जम्मू कश्मीर दे उम्मीदवार वीर जगपाल सिंह जी, जो वख-वख जथेबंदियां दे एक समूह है पंथक एकता मोर्चा उला वालों इन्हों इत्थों दा उम्मीदवार उतारिया गया। आओ उन्हां दे नाल विशेष गलबात करते हैं। सब तो पहले वीर जगपाल सिंह जी, आप जी का BGSY चैनल ते स्वागत है, ते नाल ही वेखण वालियां समुचियां संगतां ते ਸਰੋਤਿਆਂ ਨੂੰ आप जी फतेह की सांझ करो। वाहिगुरू जी का खालसा वाहिगुरू जी की फतेह। वीर जगपाल सिंह जी, आप जी नूं यह सवाल है कि गुरुद्वारा श्री गुरु सिंह सभा गुरु नानक नगर दे आप जी मुख सेवादार प्रधान भी रहे हो, और बतौर मुख सेवादार के तौर पर आप जी ने उत्थे तकरीबन 2.25 साल सेवावां निभाइयां ने। तो फिर ऐसा की कारण बनया कि तुसी महसूस किया कि जिस करके आप जी नूं ये गुरुद्वारा प्रबंधक कमेटी दीयां इलैक्शनां दे विच गुरु नानक नगर हलके तो आप जी जिहड़ा वो अपना मन बनाया इलैक्शन लड़न दा, इसके कारण की ने? सब तो पहला BGSY के जिन्ने भी व्यूअर्स ने सारिਆਂ ਨੂੰ वाहिगुरू जी का खालसा वाहिगुरू जी की फतेह। ਅਸੀਂ बड़े ਧੰਨਵਾਦੀ ਹਾਂ ਇਹਨਾਂ ਦੇ ਜਿਨ੍ਹਾਂ ਨੇ ਸਾਨੂੰ ਆਪਣੇ ਸੰਗਤਾਂ ਦੇ रूबरू कराने का मौका दिता है। ਜਿਹੜਾ आप जी ने सवाल पूछा है सानू, असी 2.25 साल ਜਿਹੜਾ ਉੱਥੇ ਮੁੱਖ ਸੇਵਾ ਐਜ਼ ਏ ਮੁੱਖ ਸੇਵਾਦਾਰ ਜਿਹੜੀ ਸੇਵਾ ਨਿਭਾਈ ਹੈ, ਉਸ ਤੋਂ ਪਹਿਲੇ 3 ਕੁ ਸਾਲ ਸ਼ਾਇਦ ਅਸੀਂ ਉੱਥੇ ਕਮੇਟੀ ਦੇ ਵਿੱਚ ਵੀ ਰਹੇ ਹਾਂ। ਤੇ ਉਸ ਕਮੇਟੀ 3 ਸਾਲ ਉਹ ਤੇ ਉਸ ਤੋਂ 2.25 ਸਾਲ 5.5 ਸਾਲ ਦੇ ਵਿੱਚ ਜਿਹੜਾ ਅਸੀਂ ਦੇਖਿਆ, ਉਸ ਤੋਂ ਬਾਅਦ ਸਾਡੇ ਮੇਰੇ ਦਾਦਾ ਜੀ ਜਿਹੜੇ ਨੇ ਉਹ ਵੀ ਸੇਵਾ ਨਿਭਾਈ ਹੈ, ਉਹਨਾਂ ਨੇ ਇੱਥੇ ਮੇਰੇ ਫਾਦਰ ਸਾਹਿਬ ਨੇ ਵੀ ਸੇਵਾ ਨਿਭਾਈ ਹੈ। ਤੇ ਮੈਂ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਮਸਲੇ ਸਨ ਇਹਨਾਂ ਦੇ ਵਿੱਚ ਮੈਂ ਕੋਈ ਇੰਟਰਸਟ ਮੈਂ ਦੇਖਦਾ ਰਹਿੰਦਾ ਸੀ ਕੀ ਹੋ ਰਿਹਾ ਹੈ। ਫਾਦਰ ਸਾਹਿਬ ਵੀ ਕੋਈ ਅਗਰ ਦੱਸਦੇ ਸਨ ਕਿ ਬਈ ਅੰਦਰ ਕੀ ਚੱਲਦਾ ਹੈ ਕੀ ਨਹੀਂ ਚੱਲਦਾ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸੇਵਾ ਦਾ ਮੌਕਾ ਮਿਲਿਆ ਐਜ਼ ਏ ਮੁੱਖ ਸੇਵਾਦਾਰ, ਤਾਂ ਅਸੀਂ ਦੇਖਿਆ ਕਿ ਉੱਥੇ ਬਹੁਤ ਕੁਝ ਜਿਹੜਾ ਗੈਰ ਸਿਧਾਂਤਕ ਚੱਲਦਾ ਸੀ, ਜਾਂ ਹੋਰ ਤੁਸੀਂ ਕਹੋ ਸੰਗਤਾਂ ਦੀ ਗੋਲਕ ਦੀ ਦੁਰਵਰਤੋਂ ਹੁੰਦੀ ਸੀ, ਜਾਂ ਤੁਸੀਂ ਕਹੋ ਰਾਜਨੀਤੀ ਬੜੀ ਸੀ ਉੱਥੇ ਅੰਦਰ। ਜਿਹੜੀ ਅਸੀਂ ਜਿਹੜਾ 2.25 ਸਾਲ ਦਾ ਕਾਰਜਕਾਲ ਕੱਢਿਆ, ਉਹ ਸੰਗਤਾਂ ਦੇ ਜਿਹੜੇ ਕੁਝ ਸਿਧਾਂਤਕ ਲੋਕ ਸਨ ਉਹਨਾਂ ਦੇ ਸਹਿਯੋਗ ਨਾਲ ਅਸੀਂ ਕੱਢਿਆ। ਅਤੇ ਬਾਕੀ ਸਾਨੂੰ 2 ਮਹੀਨੇ ਜਦੋਂ ਹੋਏ ਸਨ ਸਾਡੀ ਕਮੇਟੀ ਬਣਦੇ ਆ, ਅਤੇ ਸਾਨੂੰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ ਕੋਈ ਨਾ ਕੋਈ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਕਦੇ ਸਟਾਫ ਚੁੱਕ ਲਿਆ ਜਾਂਦਾ ਸੀ, ਕਦੇ ਮੈਨੇਜਰ ਟਰਾਂਸਫਰ ਕਰ ਲਿਆ ਜਾਂਦਾ ਸੀ, ਕਦੇ ਸੇਵਾਦਾਰ ਟਰਾਂਸਫਰ ਕਰ ਲਏ ਜਾਂਦੇ ਸੀ। ਅਤੇ ਲੇਕਿਨ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ, ਨੌਜਵਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੀ ਸੇਵਾ ਕਾਲ ਦਾ ਜਿਹੜਾ ਅਸੀਂ ਬੜਾ ਅੱਛੇ ਤਰੀਕੇ ਨਾਲ ਗੁਜ਼ਾਰ ਪਾਏ। ਉਹਨਾਂ ਨੇ ਸਹਿਯੋਗ ਦਿੱਤਾ ਸਾਨੂੰ ਪੂਰਾ। ਉਹ ਚੀਜ਼ਾਂ ਦੇਖਣ ਤੋਂ ਬਾਅਦ ਹੁਣ ਜਦੋਂ ਚੁਣਾਵ ਹੋਏ ਤਾਂ ਮੈਂ ਗੁਰਮੀਤ ਜੀ ਤੁਹਾਨੂੰ ਇੱਕ ਗੱਲ ਦੱਸਾਂਗਾ, ਮੈਂ ਆਪ ਚੁਣਾਵ ਦੇ ਹੱਕ 'ਚ ਨਹੀਂ ਹਾਂ, ਲੇਕਿਨ ਹਾਲਾਤ ਜਿਹੜੇ ਨੇ ਇਸ ਵੇਲੇ, ਮੈਂ ਪਹਿਲਾਂ ਜਿਹੜਾ ਗੁਰਦੁਆਰਾ ਐਕਟ ਬਣਿਆ ਜਿਹੜਾ ਸਾਡਾ 1973 ਵਾਲਾ, ਮੈਂ ਆਪਣੀ ਜਗ੍ਹਾ ਪਹਿਲੇ ਸੋਚਦਾ ਸੀ ਕਿ ਇਹ ਜਿਹੜਾ ਐਕਟ ਹੈ ਯਾਰ, ਅਗਰ ਮੰਦਰ ਦੇ ਵਿੱਚ ਐਕਟ ਨਹੀਂ ਹੈ, ਮਸਜਿਦਾਂ ਗੁਰਦੁਆਰਾ ਐਕਟ ਦੇ ਅੰਡਰ ਐਕਟ ਦੇ ਅੰਡਰ ਨਹੀਂ ਨੇ, ਤਾਂ ਗੁਰਦੁਆਰੇ ਦਾ ਐਕਟ ਕਿਉਂ ਗੁਰਦੁਆਰਾ ਸਾਹਿਬ ਜਿਹੜੇ ਨੇ ਸਾਹਿਬਾਨ ਸਾਡੇ ਜਿਹੜੇ ਰਿਲੀਜੀਅਸ ਪਲੇਸਿਸ ਨੇ, ਇਹਨਾਂ ਨੂੰ ਐਕਟ ਦੇ ਥੱਲੇ ਕਿਉਂ ਲਿਆਂਦਾ ਜਾਂਦਾ। ਲੇਕਿਨ ਜਦੋਂ ਇਸ ਕਮੇਟੀ ਦਾ ਟੈਨੂਅਰ ਖਤਮ ਹੋਇਆ, ਜਿਹੜੀ ਹੁਣ ਜੁਲਾਈ 2020 ਦੇ ਵਿੱਚ ਜਿਹੜੀ DGPC ਦਾ ਟੈਨੂਅਰ ਖਤਮ ਹੋਇਆ, ਉਸ ਤੋਂ ਬਾਅਦ ਮੈਂ ਦੇਖਿਆ, ਮੈਂ ਮਹਿਸੂਸ ਕੀਤਾ ਇਸ ਚੀਜ਼ ਨੂੰ ਕਿ ਕਿਸ ਤਰ੍ਹਾਂ ਪੋਲੀਟੀਕਲ ਇੰਟਰਫੇਰੈਂਸ ਦੇ ਨਾਲ ਈਵਨ ਕਿ ਸੈਂਟਰ ਤੋਂ ਅਪਰੋਚਾਂ ਲੜਾ ਕੇ ਕੋਰਟਾਂ ਦੇ ਵਿੱਚ ਕੇਸ ਕਰਕੇ ਇਹ ਲੋਕੀ ਆਪਣੇ ਆਪ ਨੂੰ ਜਿਹੜੇ ਸਾਬਕਾ ਜਿਹੜੇ ਸਾਡੇ DGPC ਜਿਹੜੀ ਵੀ ਕਮੇਟੀ ਸੀ, ਚਾਹੇ ਉਹ ਪ੍ਰਧਾਨ ਸੀ, ਸੈਕਟਰੀ ਸੀ, ਜੋ ਵੀ ਸੀ ਜੀ, ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਕਾਬੂ ਰੱਖਣ ਦੇ ਉਹਨਾਂ ਨੇ ਹਰ ਹੀਲਾ ਵਰਤਿਆ। ਉਹਨਾਂ ਨੇ ਚਾਹੇ ਉਹਨਾਂ ਨੇ ਮਤਲਬ ਸਾਡੇ ਜਿਹੜੀਆਂ ਸਿੱਖ ਵਿਰੋਧੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਵੀ ਆਪਣੇ ਮਫਾਦ ਲਈ ਉਹਨਾਂ ਨੂੰ ਵਰਤਿਆ, ਸਿਰਫ ਇਸ ਵਾਸਤੇ ਕਿ ਅਸੀਂ ਇੱਥੇ ਕਾਬਜ਼ ਰਹੀਏ। ਉਸ ਲਈ ਮੈਂ ਇਹ ਚੀਜ਼ ਫੀਲ ਕੀਤੀ, ਸਾਡੇ ਜਿਹੜੇ ਦੋ ਸਾਡੇ ਆਪਣਾ ਜੰਮੂ ਦੇ ਸਾਡੇ ਆਪਣਾ
ਸਰਦਾਰ ਜੋਗਿੰਦਰ ਸਿੰਘ, ਸਰਦਾਰ ਸਤਿੰਦਰ ਸਿੰਘ ਹੋਣੀਆਂ ਨੇ, ਉਹਨਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ, ਉਹਨਾਂ ਨੇ ਕੇਸ ਕੀਤਾ। 1.5 ਸਾਲ ਲੱਗ ਗਿਆ ਉਸ ਕੇਸ ਨੂੰ, ਉਹਨਾਂ ਨੇ 1.5 ਸਾਲ ਦੇ ਵਿੱਚ ਮੇਰੇ ਖਿਆਲ 'ਚ ਇਤਨੀ ਮਤਲਬ ਜਦੋਜਹਿਦ ਦੇ ਬਾਅਦ ਵੀ ਜਾ ਕੇ ਕਿਤੇ ਇਹਨਾਂ ਕੋਲੋਂ ਛੁਟਕਾਰਾ ਮਿਲਿਆ ਉਹਨਾਂ ਨੂੰ। ਤਾਂ ਉਹਨਾਂ ਨੇ ਇਲੈਕਸ਼ਨ ਜਿਹੜੀ ਹੈ, ਇਹਦਾ ਜਿਤਨਾ ਵੀ ਇਲੈਕਸ਼ਨ ਜਿਹੜੀ ਹੋ ਰਹੀ ਹੈ, ਇਹਦਾ ਜਿਤਨਾ ਵੀ ਅਸੀਂ ਕਹੀਏ ਕਿ ਮਤਲਬ ਕੋਈ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਉਹ ਭੁੱਲਣ ਵਾਲੀ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਇਹ ਜਿਹੜਾ ਇਹਨਾਂ ਦਾ ਰਾਜਨੀਤਿਕਾਂ ਦਾ ਜਿਹੜਾ ਇਹਦੇ 'ਤੇ ਇੱਕ ਕਿਸਮ ਦਾ ਸ਼ਿਕੰਜਾ ਜਿਹੜਾ ਸੀ ਉਹ ਤੋਂ ਸਾਨੂੰ ਮੁਕਤ ਕਰਾਇਆ ਜੰਮੂ ਦੀ ਸੰਗਤ ਨੂੰ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਉਸ ਤੋਂ ਬਾਅਦ ਤੁਸੀਂ ਦੇਖਿਆ ਕੀ ਹਾਲਾਤ ਬਣੇ ਨੇ, ਇੱਥੇ ਪੈਸਿਆਂ ਦੀ ਦੁਰਵਰਤੋਂ ਹੋਈ ਹੈ, ਸਟੇਜਾਂ ਦੀ ਦੁਰਵਰਤੋਂ ਹੋਈ ਹੈ। ਤੇ ਇਸ ਕਰਕੇ ਉਸ ਲਈ ਮੈਂ ਮਹਿਸੂਸ ਕੀਤਾ ਅਗਰ ਇਹ ਐਕਟ ਨਹੀਂ ਹੁੰਦਾ ਤੇ ਇਹ ਲੋਕ ਮਤਲਬ ਕਿ ਮੈਨੂੰ ਨਹੀਂ ਲੱਗਦਾ ਇਹ 10-10 20-20 ਸਾਲ ਹੀ ਇਹ ਖਾਨਦਾਨੀ ਪੁਸ਼ਤਾਂ ਬਣ ਜਾਣੀਆਂ ਸੀ ਦੇ ਕਮੇਟੀਆਂ, ਇਹਨਾਂ ਨੇ ਕਮੇਟੀਆਂ ਨਹੀਂ ਸਨ ਛੱਡਣੀਆਂ। ਤੇ ਉਸ ਲਈ ਮੈਂ ਮਹਿਸੂਸ ਕੀਤਾ ਕਿ ਯਾਰ ਐਕਟ ਹੋਣਾ ਜ਼ਰੂਰੀ ਹੈ। ਫਿਰ ਮੈਂ ਆਪਣੇ ਆਪ 'ਚ ਕੀਤਾ ਕਿ ਠੀਕ ਹੈ ਵੀ ਮੈਨੂੰ ਜਿਹੜੀਆਂ ਸਾਡਾ ਪੰਥਕ ਏਕਤਾ ਮੋਰਚਾ ਜਿਹੜਾ ਜੰਮੂ ਕਸ਼ਮੀਰ ਦਾ, ਤਾਂ ਆਪ ਜੀ ਨੂੰ ਪਤਾ ਹੈ ਕਿ ਉਹਦੇ ਵਿੱਚ ਕਾਫੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ। ਤੇ ਫਿਰ ਮੈਂ ਵੀ ਜ਼ਰੂਰਤ ਸਮਝੀ, ਮੈਂ ਕਿਹਾ ਨਹੀਂ ਬਈ ਗੁਰੂ ਮਹਾਰਾਜ ਨੇ ਸਾਨੂੰ ਇੱਕ ਸੰਤ ਸਿਪਾਹੀ ਹੋਣ ਦਾ ਵੀ ਉਹਨਾਂ ਦਾ ਹੁਕਮ ਹੈ ਤੇ ਬਾਈ ਹੁਣ ਇਹ ਹੈ ਕਿ ਇਹਦੇ ਵਿੱਚ ਆਉਣਾ ਚਾਹੀਦਾ ਕਿ ਸ਼ਾਇਦ ਅਸੀਂ ਕੁਝ ਆਪਣੇ ਵੀਰਾਂ ਦੇ ਜਿਹੜੇ ਲੋਕਾਂ ਸਾਡੀ ਸੰਗਤ ਹੈ ਜਿਹੜੀ ਸਾਡੇ ਇਸ ਏਰੀਏ ਦੀ, ਜੰਮੂ ਦੀ, ਸਾਡੇ ਹਲਕੇ ਦੀ, ਤੇ ਉਹਨਾਂ ਦੇ ਸਹਿਯੋਗ ਨਾਲ ਕਿਆ ਪਤਾ ਅਸੀਂ ਕੁਝ ਸੁਧਾਰ ਕਰ ਸਕੀਏ। ਇਸ ਕਰਕੇ ਮੈਂ ਕਿਹਾ ਕਿ ਠੀਕ ਹੈ ਵੀ ਇਸ ਵਾਰੀ ਇਲੈਕਸ਼ਨ ਅਸੀਂ ਲੜਾਂਗੇ। ਜੀ ਹਾਂ। ਦੂਸਰਾ, ਨੌਜਵਾਨਾਂ ਦੀ ਤੁਸੀਂ ਗੱਲ ਕੀਤੀ, ਸਿਲੈਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਜੀ ਹਾਂ ਕਿ ਕੁਝ ਸਾਡੇ ਰਿਆਸਤ ਦੇ ਵਿੱਚ ਯੂਟੀ ਦੇ ਵਿੱਚ ਸਿਲੈਕਸ਼ਨ ਵੀ ਹੋਈ ਨਹੀਂ, ਉਹਨਾਂ ਨੂੰ ਮੁਬਾਰਕ ਹੈ, ਪਰ ਜੰਮੂ ਦੇ ਵਿੱਚ ਉਹ ਸਹਿਮਤੀ ਜਿਹੜੀ ਹੈ ਨਹੀਂ ਬਣ ਸਕੀ ਕੁਝ ਕਾਰਨਾਂ ਦੇ ਕਰਕੇ। ਤੇ ਖਾਸ ਕਰਕੇ ਯੂਥ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਅੱਜ ਸਭ ਤੋਂ ਵੱਡਾ ਮੁੱਦਾ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਜਿਹੜਾ ਹੈ ਉਹ ਹੈ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ 2003 ਵਾਲੇ। ਤੇ ਤੁਸੀਂ ਇਹ ਚੀਜ਼ ਦੱਸੋ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਆਪ ਜੀ ਆਪਣਾ ਜਿਹੜਾ ਪੱਖ ਹੈ ਉਹ ਥੋੜ੍ਹਾ ਸਾਡੇ ਸੰਗਤਾਂ ਦੇ ਸਾਹਮਣੇ ਸਪਸ਼ਟ ਕਰੋ, ਖਾਸ ਕਰਕੇ ਨੌਜਵਾਨਾਂ ਦੇ ਸਾਹਮਣੇ, ਕਿਉਂਕਿ ਉਹਨਾਂ ਦੀ ਮੇਨ ਜਿਹੜੀ ਡਿਮਾਂਡ ਹੈ, ਮੰਗ ਹੈ, ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੈ ਕਿ ਉਹ ਲਾਗੂ ਹੋਣਾ ਚਾਹੀਦਾ। ਤੇ ਪਿਛਲੀਆਂ ਕਮੇਟੀਆਂ ਨੇ ਅਸੀਂ ਦੇਖਿਆ ਕਿ ਆਪਣੇ ਮਫਾਦ ਵਾਸਤੇ ਲਾਗੂ ਕੀਤਾ, ਫਿਰ ਆਪਣੇ ਫਾਇਦੇ ਵਾਸਤੇ ਉਸ ਨੂੰ ਮੁੜ ਕੇ ਤੋੜ ਦਿੱਤਾ। ਤੇ ਲਿਹਾਜ਼ਾ ਅਗਰ ਤੁਹਾਨੂੰ ਕਾਮਯਾਬੀ ਮਿਲਦੀ ਹੈ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਤੁਸੀਂ ਸਥਿਤੀ ਜਿਹੜੀ ਹੈ ਉਹ ਸਪਸ਼ਟ ਕਰੋ। ਜੀ, ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਹੈ ਕਿ ਜਿਹੜੀ ਸਿਲੈਕਸ਼ਨ ਦਾ ਪ੍ਰੋਸੈਸ ਚੱਲਿਆ ਪਿਛਲੇ ਦਿਨਾਂ, ਜੀ ਮੈਂ ਸਮਝਦਾ ਜਿਹੜੀ ਕਸ਼ਮੀਰ ਦੇ ਵਿੱਚ ਅੱਜ ਉਹਨਾਂ ਨੇ ਜਿਹੜੀ ਆਪਣੀ ਕੰਸੈਂਸਸ ਦੇ ਨਾਲ ਜਿਹੜੀਆਂ ਕਮੇਟੀਜ਼ ਬਣੀਆਂ ਨੇ, ਜਿਹੜੀਆਂ ਉੱਥੇ ਫਰੇਮ ਹੋਈਆਂ ਨੇ, ਉਹ ਲੋਕ ਮੁਬਾਰਕ ਦੇ ਪਾਤਰ ਨੇ। ਉਹ ਲੋਕ ਔਰ ਜਿਨ੍ਹਾਂ ਨੇ ਇੱਕ ਸਰਕਾਰ ਦੇ ਵਿੱਚ ਔਰ ਆਮ ਆਵਾਮ ਦੇ ਵਿੱਚ ਔਰ ਸਾਡੇ ਨੌਜਵਾਨਾਂ ਨੂੰ ਦੱਸਿਆ ਨਹੀਂ ਬਾਈ ਸਾਡਾ ਸਿਧਾਂਤ ਜਿਹੜਾ ਉਹਦੇ ਵਿੱਚ ਚੁਣਾਵ ਨਹੀਂ ਨੇ, ਉਹਦੇ 'ਚ ਸਹਿਮਤੀ ਨਾਲ ਹੀ ਸਾਰੀ ਗੱਲ ਆ। ਉਹਨਾਂ ਨੂੰ ਮੈਂ ਮੁਬਾਰਕ ਦਿੰਦਾ, ਕਸ਼ਮੀਰ ਵਾਲਿਆਂ ਨੂੰ। ਚਾਹੇ ਕਠੂਏ ਦੇ ਵਿੱਚ ਵੀ ਤੁਸੀਂ ਕਹੋ ਤੇ ਮੇਰੇ ਖਿਆਲ 'ਚ 10 ਸੀਟਾਂ 'ਤੇ ਸ਼ਾਇਦ ਉੱਥੇ ਸਹਿਮਤੀ ਹੋਈ ਹੈ। ਇਸ ਤਰ੍ਹਾਂ ਸਾਂਬੇ ਦੀ ਕੋਈ ਸੀਟ ਹੈ, ਰਿਆਸੀ ਦੇ ਵਿੱਚ ਹੋਇਆ ਹੈ, ਕਸ਼ਮੀਰ 'ਤੇ ਤਕਰੀਬਨ ਮੈਨੂੰ ਲੱਗਦਾ 80% ਦੇ ਕਰੀਬ ਉੱਥੇ ਸਿਲੈਕਸ਼ਨ ਹੋ ਗਈ। ਜੀ ਜੀ। ਤੇ ਸਾਡੀ ਇਸ ਨੂੰ ਅਸੀਂ ਆਪਣੀ ਜੰਮੂ ਦੀ ਖਾਸ ਕਰਕੇ ਗੱਲ ਕਰੀਏ ਕਿ ਜੰਮੂ ਡਿਸਟ੍ਰਿਕਟ ਦੀ ਗੱਲ ਕਰੀਏ, ਜਿਹੜੇ ਸਾਡੀਆਂ 11 ਸੀਟਾਂ ਨੇ, ਇਹ ਬਦਕਿਸਮਤੀ ਹੈ ਸਾਡੇ ਲੋਕਾਂ ਦੀ ਕਿ ਅਸੀਂ ਇੱਥੇ ਉਹ ਸਹਿਮਤੀ ਨਹੀਂ ਕਰ ਪਾਏ। ਸਹਿਮਤੀ ਹੋਣੀ ਚਾਹੀਦੀ ਸੀ। ਇਹ ਜਿਹੜੀ ਪਾਟੋ ਧਾੜ ਪੈਂਦੀ ਹੈ ਇਲੈਕਸ਼ਨਾਂ ਦੇ ਵਿੱਚ, ਇੱਕ ਦੂਸਰੇ 'ਤੇ ਲੱਛਣ ਲਗਾਏ ਜਾਂਦੇ ਨੇ, ਪੈਸੇ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ, ਕੌਮ ਦਾ ਪੈਸਾ, ਇਹ ਪੈਸਾ ਅਸੀਂ ਕਿਤੇ ਹੋਰ ਅੱਛੀ ਜਗ੍ਹਾ ਲਗਾ ਕੇ ਉਸ ਨੂੰ ਕਰ ਸਕਦੇ ਹਾਂ। ਜਿਹੜੀਆਂ ਲੜਾਈਆਂ ਝਗੜੇ ਹੁੰਦੇ ਨੇ, ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਤੇ ਅਸੀਂ ਜਦ ਦੀ ਇਲੈਕਸ਼ਨ ਅਨਾਉਂਸ ਹੋਈ ਹੈ, ਉਹਨੇ ਇੱਕ ਤਰੀਕਾਕਾਰ ਬਣਿਆ ਦਾ, ਸਿਸਟਮ ਬਣਿਆ ਦਾ, ਚੱਲਣਾ ਪੈਂਦਾ। ਤੇ ਸਾਡੇ ਰੋਜ਼ ਰਾਤੀ ਅਸੀਂ ਬੈਨਰ ਲਗਾਉਂਦੇ ਹਾਂ ਤੇ ਸਵੇਰੇ ਸਾਡੇ ਸਾਰੇ ਬੈਨਰ ਫਟੇ ਦੇ ਹੁੰਦੇ ਨੇ, ਫਲੈਕਸਾਂ ਫਟੀ ਦੀਆਂ ਹੁੰਦੀਆਂ ਨੇ। ਹੁਣ ਇਹੋ ਜਿਹੇ ਮੈਸੇਜ ਅਗਰ ਬਾਹਰ ਜਾਵਣ ਤੇ ਸਾਡੀ ਇੱਕ ਕਿਸਮ ਦੀ ਇੱਕ ਖਿੱਲੀ ਉੱਡਦੀ ਹੈ ਸਾਡੀ। ਤੇ ਇਸ ਕਰਕੇ ਮੈਂ ਇਲੈਕਸ਼ਨ ਦੇ ਹੱਕ 'ਚ ਨਹੀਂ ਸਾਂ। ਸਿਲੈਕਸ਼ਨ ਹੋਣੀ ਚਾਹੀਦੀ ਸੀ, ਲੇਕਿਨ ਉਹਦੇ 'ਚ ਵੀ ਕੋਈ ਕ੍ਰਾਈਟੇਰੀਆ ਚਾਹੀਦਾ ਸੀ। ਲੇਕਿਨ ਬਦਕਿਸਮਤੀ ਹੈ ਕਿ ਸਾਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਅਸੀਂ ਬਈ ਨਾ, ਸਾਡੇ ਜਿਹੜੇ ਮੁਖੀ ਸਨ, ਜਿਹੜੇ ਸਾਡੇ ਇੱਥੇ ਦੇ, ਚਾਹੇ ਉਹ ਸਾਡੀਆਂ ਕੋਈ ਬਰਾਦਰੀ ਭਾਈਚਾਰੇ ਦੇ ਸਨ, ਜੋ ਵੀ ਸਨ, ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਸੀ। ਅਸੀਂ ਤੇ ਆਖਰ ਤੱਕ ਇਹੀ ਕਰਦੇ ਰਹੇ। ਅਸੀਂ ਸਭ ਤੋਂ ਲਾਸਟ ਵਿੱਚ ਅਸੀਂ ਆਪਣਾ ਡਿਕਲੇਅਰ ਕੀਤਾ ਕਿ ਇਲੈਕਸ਼ਨ ਲੜਾਂਗੇ, ਜਿਸ ਲਈ ਅਸੀਂ ਦੇਖਿਆ ਕੋਈ ਸਹਿਮਤੀ ਨਹੀਂ ਬਣਦੀ ਪਈ। ਨਹੀਂ ਬਣਦੀ, ਤੇ ਇਹ ਬਦਕਿਸਮਤੀ ਹੈ। ਦੂਸਰੀ ਤੁਸੀਂ ਜਿਹੜੀ ਗੱਲ ਕੀਤੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੀ, ਜੀ, ਮੂਲ ਨਾਨਕਸ਼ਾਹੀ ਕੈਲੰਡਰ 2003 ਵਾਲਾ ਜਿਹੜਾ, ਉਹ ਸਿੱਖਾਂ ਦੀ ਇੱਕ ਵੱਖਰੀ ਹੋਣ ਦਾ ਇੱਕ ਪਹਿਚਾਣ ਹੈ ਸਾਡੀ। ਇੱਕ ਅਸੀਂ ਜਿਹੜੀ ਭਾਰਤ ਦੀ ਜਿਹੜੀ ਇਹ 25-20 ਜਿਹੜੀ ਧਾਰਾ ਹੈ, ਇਸ ਦੀ ਅਸੀਂ ਬਿਲਕੁਲ ਇਹਦੀ ਡਟ ਕੇ
ਖਿਲਾਫ ਆ ਇਸ ਦੇ। ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਸਾਡੀ ਇੱਕ ਵੱਖਰੀ ਕੌਮ ਹੋਣ ਦੀ ਪਹਿਚਾਣ ਹੈ। ਹਰ ਧਰਮ ਦਾ ਅਗਰ ਆਪਣਾ ਕੈਲੰਡਰ ਹੈ ਤੇ ਸਿੱਖਾਂ ਦਾ ਆਪਣਾ ਕੈਲੰਡਰ ਕਿਉਂ ਨਹੀਂ ਹੋਏਗਾ? ਜੀ ਜੀ। ਉਹ ਅਗਰ ਅਸੀਂ ਬਣਾਉਂਦੇ ਹਾਂ ਉਹਦੇ ਵਿੱਚ ਜੇ ਕਿਸੇ ਨੂੰ ਅਗਰ ਕੋਈ ਪਰੇਸ਼ਾਨੀ ਹੈ ਕਿਸੇ ਦੂਜੇ ਧਰਮ ਨੂੰ, ਚਾਹੇ ਜਿਹੜਾ ਵੀ ਹੈ, ਤੇ ਅਸੀਂ ਉਸ ਦੀ ਪਰਵਾਹ ਕਿਉਂ ਕਰੀਏ? ਅਸੀਂ ਆਪਣੀ ਉਹਦੇ ਤੇ ਡਟ ਕੇ ਪਹਿਰਾ ਦਈਏ। ਅੱਜ ਨੌਜਵਾਨ ਸਾਡੇ ਇਸ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਬਾਅਦ ਵਿੱਚ ਇਹਨਾਂ ਨੇ 2010 ਦੇ ਵਿੱਚ ਜਿਹੜਾ ਗੈਰ ਮਰਿਆਦਕ ਤਰੀਕੇ ਦੇ ਨਾਲ ਜਿਹੜਾ ਇਹਨੂੰ ਜਾ ਕੇ ਕਿਤੇ ਇੱਕ ਪਾਸੇ ਜਾ ਕੇ ਲਾਗੂ ਕਰ ਦਿੱਤਾ ਜਾ ਕੇ, ਅਸੀਂ ਤਾਂ ਨਹੀਂ ਮੰਨਦੇ। ਅਸੀਂ ਤਾਂ ਨਾਨਕਸ਼ਾਹੀ ਕੈਲੰਡਰ 'ਤੇ ਸਟੈਂਡ ਕਰਦੇ ਹਾਂ, ਜਦ ਤੱਕ ਆ ਸਟੈਂਡ ਰਵਾਂਗੇ ਉਹਦੇ 'ਤੇ। ਜਦੋਂ ਤੋਂ ਵੀ 2017 ਤੋਂ ਲੈ ਕੇ ਅਸੀਂ 2020 ਤੱਕ ਜਾਂ 19 ਤੱਕ ਸ਼ਾਇਦ ਅਸੀਂ ਰਹੇ ਹਾਂ ਇੱਥੇ ਗੁਰਦੁਆਰਾ ਸਾਹਿਬ। ਅਸੀਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਰੇ ਪ੍ਰੋਗਰਾਮ ਕੀਤੇ ਨੇ। ਅੱਗੇ ਵੀ ਜੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸੰਗਤਾਂ ਦਾ ਸਹਿਯੋਗ ਮਿਲਿਆ, ਨੌਜਵਾਨਾਂ ਦਾ ਸਹਿਯੋਗ ਮਿਲਿਆ, ਕਮੇਟੀ 'ਚ ਆਏ ਹਾਂ ਤੇ ਡਟ ਕੇ ਪਹਿਰਾ ਦਿਆਂਗੇ। ਉਹਦਿਆਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਸਿਧਾਂਤ ਸਾਡੇ ਵਾਸਤੇ ਪਹਿਲੇ। ਜੀ ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜਗਪਾਲ ਸਿੰਘ ਜੀ ਆਪ ਜੀ ਨੇ। ਜੇ ਮਹਾਰਾਜ ਕਿਰਪਾ ਕਰਦਨ ਆਪ ਜੀ ਨੂੰ ਕਾਮਯਾਬੀ ਮਿਲਦੀ ਹੈ ਨਾਨਨਗਰ ਹਲਕੇ ਤੋਂ, ਤੇ ਆਪ ਜੀ ਜਿੱਤਣ ਤੋਂ ਬਾਅਦ ਡਿਸਟ੍ਰਿਕਟ ਕਮੇਟੀ ਦੇ ਵਿੱਚ ਕੀ ਬਦਲਾਵ ਲਿਆਉਣਾ ਚਾਹੋਗੇ? ਕੀ ਕਮੀਆਂ ਆਪ ਜੀ ਨੂੰ, ਕਿਉਂਕਿ ਸਿੰਘ ਸਭਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਆਪ ਜੀ ਮੁੱਖ ਸੇਵਾਦਾਰ ਵੀ ਰਹੇ ਹੋ ਤੇ ਵਿੱਚ ਰਹਿ ਕੇ ਆਪ ਜੀ ਨੇ ਬਹੁਤ ਕੁਝ ਦੇਖਿਆ, ਤੇ ਕਿਸ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਨੇ ਜਾਂ ਡਿਸਟ੍ਰਿਕਟ ਕਮੇਟੀ ਦੇ ਵਿੱਚ ਜੋ ਕੋਤਾਹੀਆਂ ਨੇ ਉਹਨਾਂ ਨੂੰ ਆਪ ਜੀ ਵਿੱਚ ਰਹਿ ਕੇ ਦੂਰ ਕਰਨਾ ਚਾਹੋਗੇ, ਯਤਨ ਕਰੋਗੇ? ਇਸ ਪਾਸੇ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਜੀ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਐਜ਼ ਪਰ ਜੋ ਐਕਟ ਹੈ ਉਹਦੇ ਵਿੱਚ ਡਿਸਟ੍ਰਿਕਟ ਜੰਮੂ ਦੇ ਵਿੱਚ ਜਿਤਨੇ ਵੀ ਗੁਰਦੁਆਰਾ ਸਾਹਿਬਾਨ ਨੇ ਜੀ, ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਨੇ, ਜਿਹੜੇ ਸੰਗਤ ਦੇ ਸਹਿਯੋਗ ਨਾਲ ਚੱਲਦੇ ਨੇ, ਜਿੱਥੇ ਗੋਲਕ ਹੈ। ਲੇਕਿਨ ਅਸੀਂ ਦੇਖਿਆ ਹੈ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਮੈਨੂੰ ਜਿੱਥੇ ਤੱਕ ਲੱਗਦਾ ਹੈ 5 ਜਾਂ 6 ਗੁਰਦੁਆਰਾ ਸਾਹਿਬਾਨ ਜਿਹੜੇ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਦੇ ਅੰਡਰ ਹਨ, ਅਤੇ ਸਾਡੇ ਜੰਮੂ ਸ਼ਹਿਰ ਦੇ ਵਿੱਚ ਵੀ ਐਸੇ ਗੁਰਦੁਆਰਾ ਸਾਹਿਬਾਨ ਹਨ ਜਿੱਥੇ ਮਤਲਬ ਥੱਲੇ ਫਰਸ਼ 'ਤੇ ਸੰਗਤਾਂ ਜਾ ਕੇ ਜਿੱਥੇ ਸਵੇਰੇ ਨਤਮਸਤਕ ਹੁੰਦੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਅਤੇ ਥੱਲੇ ਪਾਉਣ ਨੂੰ ਦਰੀਆਂ ਜਿਹੜੀਆਂ ਨੇ ਫਟੀਆਂ ਦੀਆਂ ਪਈ ਦੀਆਂ ਨੇ। ਇਹ ਗੁਰਦੁਆਰਾ ਸਾਹਿਬਾਨ ਦੀਆਂ ਹਾਲਤਾਂ ਨੇ। ਔਰ ਇਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰਫ ਕੰਮ ਇਤਨਾ ਨਹੀਂ ਹੈ ਕਿ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਆਮਦਨੀ ਹੈ ਜਾਂ ਜਿਹੜੇ ਸਿੱਖ ਵਸੋ ਏਰੀਏ ਦੇ ਵਿੱਚ ਸਿਰਫ ਉਹਨਾਂ 'ਤੇ ਹੀ ਤਵੱਜੋ ਦਿੱਤੀ, ਪੈਸਾ ਇਕੱਠਾ ਕੀਤਾ ਅਤੇ ਬਾਕੀ ਕਿਸੇ ਪਾਸੇ ਦੇਖਿਆ ਨਹੀਂ। ਇਹ ਕੰਮ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਹੈ। ਉਸ ਤੋਂ ਬਾਅਦ ਜੋ ਡਿਸਟ੍ਰਿਕਟ ਕਮੇਟੀ ਦਾ ਕੰਮ ਹੈ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਜਿਤਨੇ ਗੁਰਦੁਆਰਾ ਸਾਹਿਬਾਨ ਆਉਂਦੇ ਨੇ, ਉਹਨਾਂ ਦੇ ਵਿੱਚ ਜਿਤਨੇ ਰਾਗੀ, ਗ੍ਰੰਥੀ, ਸੇਵਾਦਾਰ, ਜੋ ਵੀ ਗੁਰਦੁਆਰਾ ਸਾਹਿਬ ਦੇ ਮਤਲਬ ਕੰਮ ਕਾਜ ਨੂੰ ਦੇਖਦੇ ਨੇ, ਉਹਨਾਂ ਦੇ ਬਾਰੇ, ਉਹਨਾਂ ਦੇ ਵੈਲਫੇਅਰ ਦੇ ਬਾਰੇ, ਉਹਨਾਂ ਦੇ ਬੱਚਿਆਂ ਦੇ ਵੈਲਫੇਅਰ ਦੇ ਬਾਰੇ, ਉਹਨਾਂ ਦੀ ਹੈਲਥ, ਉਹਨਾਂ ਦਾ ਐਜੂਕੇਸ਼ਨ, ਉਹਨਾਂ ਦੀ ਰਿਹਾਇਸ਼, ਇਹ ਸਾਰਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ। ਅਗਰ ਇੱਕ ਮੁੱਖ ਸੇਵਾਦਾਰ ਹੈ ਗੁਰਦੁਆਰਾ ਸਾਹਿਬ ਦਾ, ਅਸੀਂ ਜਿਸਲੇ 2019 ਦੇ ਵਿੱਚ 20 ਦੇ ਵਿੱਚ ਅਸੀਂ ਸੇਵਾ ਮੁਕਤ ਹੋਏ ਹਾਂ, ਅਤੇ ਸਾਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਅਸੀਂ ਤਾਂ ਜਿਸਲੇ ਗਏ ਸੀ ਅਤੇ ਉੱਥੇ ਜਿਹੜਾ ਮੁੱਖ ਸੇਵਾਦਾਰ ਦਾ ਜਿਹੜਾ ਦਫ਼ਤਰ ਸੀ, ਅਤੇ ਸਾਨੂੰ ਸਾਡੇ ਸੇਵਾ ਮੁਕਤ ਹੋਣ ਤੋਂ ਬਾਅਦ ਸੇਵਾ ਮੁਕਤੀ ਦਾ ਵੀ ਤਰੀਕਾ ਹੁੰਦਾ, ਲੇਕਿਨ ਸੇਵਾ ਮੁਕਤੀ ਦੇ ਤਰੀਕੇ ਇੱਥੇ ਨਹੀਂ ਅਪਣਾਏ ਜਾਂਦੇ। ਇੱਥੇ ਡਕੈਤੀਆਂ ਮਾਰੀਆਂ ਜਾਂਦੀਆਂ ਨੇ। 10 ਜ਼ਿਲ੍ਹੇ ਸਵੇਰੇ ਗੁਰਦੁਆਰਾ ਸਾਹਿਬ ਗਿਆ ਅਤੇ ਡਿਸਟ੍ਰਿਕਟ ਕਮੇਟੀ ਦੇ ਮੈਂਬਰ ਕੁਝ ਲੋਕਲ ਬੰਦਿਆਂ ਦੇ ਨਾਲ ਉੱਥੇ ਆਏ। ਸਵੇਰੇ ਮੇਰੇ ਆਉਣ ਤੋਂ ਪਹਿਲੇ ਉਹਨਾਂ ਨੇ ਦਫ਼ਤਰ ਦੇ ਜੋ ਦਰਾਜ਼ਾਂ ਦੇ ਤਾਲੇ, ਅਲਮਾਰੀਆਂ ਦੇ ਤਾਲੇ ਤੋੜ ਕੇ, ਕਾਗਜ਼ ਚੁੱਕ ਕੇ, ਇਹ ਕਰਕੇ ਉਹ ਕਰਕੇ, ਇੱਕ ਜਿੱਦਾਂ ਮਤਲਬ ਗੁੰਡਾਗਰਦੀ ਹੁੰਦੀ ਔਰ ਕਬਜ਼ਾ ਕੀਤਾ ਜਾਂਦਾ ਕਿਸੇ ਚੀਜ਼ ਦਾ, ਉਹ ਇਹਨਾਂ ਨੇ ਰਵੱਈਆ ਅਖਤਿਆਰ ਕੀਤਾ ਸੀ ਇਹਨਾਂ ਨੇ। ਅਤੇ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ DGPC ਦੇ ਕੰਮਾਂ ਦੀ। ਆਉਂਦਿਆਂ ਹੀ ਨਵੀਂ ਕਮੇਟੀ ਨੇ 90% ਇਸ ਬਿਲਡਿੰਗ ਦੀ ਉਸਾਰੀ ਹੋ ਚੁੱਕੀ ਸੀ, ਰੈਨੋਵੇਸ਼ਨ ਦਾ 90% ਤਾਂ ਕੰਮ ਖਤਮ ਹੋ ਚੁੱਕਿਆ ਸੀ। ਥੋੜ੍ਹਾ ਬਾਥਰੂਮਾਂ ਦਾ ਕੰਮ ਸੀ, ਅੰਦਰ ਥੋੜ੍ਹਾ ਬਹੁਤਾ ਕੰਮ ਸੀ, ਅਤੇ ਇਹਨਾਂ ਨੇ ਅਗਰ ਤੁਸੀਂ ਅੱਜ ਵੀ ਜਾ ਕੇ ਦੇਖੋ, ਉਸ ਤੋਂ ਬਾਅਦ ਅਸੀਂ ਤਾਂ ਜਿਸਲੇ ਕਮੇਟੀ 'ਚ ਆਏ ਸਾਂ ਅਤੇ ਗੁਰਦੁਆਰਾ ਸਾਹਿਬ ਉਸਾਰੀ ਅਧੀਨ ਸੀ ਜੀ, ਰੈਨੋਵੇਸ਼ਨ ਦਾ ਕੰਮ ਜੀ ਜੀ ਸ਼ੁਰੂਆਤ ਹੀ ਸੀ। ਅਜੇ ਸਿਰਫ ਮੈਨੂੰ ਉਹਦਾ ਸਟਰਕਚਰ ਹੀ ਜਿਹੜਾ ਉਹਦਾ ਸ਼ੁਰੂ ਹੋਇਆ ਸੀ। ਅਤੇ ਇਹਨਾਂ ਨੇ ਆਉਂਦਿਆਂ ਹੋਰ ਕੁਛ ਨਹੀਂ ਕੀਤਾ, ਸਿਰਫ ਆਪਣਾ ਦਫ਼ਤਰ ਤਿਆਰ ਕੀਤਾ ਆ ਕੇ, ਔਰ ਜਿਹਦੇ 'ਚ ਮੈਨੂੰ ਲੱਗਦਾ ਘੱਟੋ ਘੱਟ ਜਿਹੜਾ ਦਫ਼ਤਰ ਇਹਨਾਂ ਨੇ ਬਣਾਇਆ ਉਹਦੇ 'ਚ ਰੁਪਈਆ 3-4 ਲੱਖ ਖਰਚਿਆ ਹੋਣਾ ਨੇ।
ਉਹ ਜਿਹੜਾ 3-4 ਲੱਖ ਰੁਪਇਆ ਖਰਚਿਆ ਉਸ ਗੁਰੂ ਦੀ ਜਿਹੜੀ ਕਹਿੰਦੇ ਨੇ ਕਿ ਗਰੀਬ ਕਾ ਮੂੰਹ ਗੁਰੂ ਕੀ ਗੋਲਕ, ਉਹ ਸੰਗਤ ਦਾ ਪੈਸਾ ਇਹਨਾਂ ਨੇ ਖਰਚਿਆ। ਅਸੀਂ ਵੀ ਅਗਰ ਦਫ਼ਤਰ 'ਚ ਬੈਠਦੇ ਸਾਂ ਤੇ ਉਸ ਦਫ਼ਤਰ 'ਚ ਕੋਈ ਐਸਾ ਨਹੀਂ ਸੀ ਕਿ ਉਹਦੇ 'ਤੇ ਪੈਸਾ ਖਰਚਿਆ ਜਾਏ। ਅਸੀਂ ਤਾਂ ਉਹਨਾਂ ਦੇ ਸਟੋਰਾਂ ਦੇ ਵਿੱਚੋਂ ਜਿਹੜੀਆਂ 15 ਸਾਲ ਪੁਰਾਣਾ ਫਰਨੀਚਰ ਪਿਆ ਸੀ ਉਹ ਵੀ ਕੱਢ ਕੇ ਅਸੀਂ ਠੀਕ ਕਰਾ ਕੇ ਅਸੀਂ ਬੜੇ ਨਾਮੀਨਲ ਜੇ ਪੈਸੇ ਖਰਚ ਕੇ ਠੀਕ ਕਰਕੇ ਦਫ਼ਤਰ ਚਲਾਉਂਦੇ ਸਾਂ ਅਸੀਂ, ਔਰ ਸਾਫ਼ ਸੁਥਰਾ ਦਫ਼ਤਰ ਸੀ। ਮਤਲਬ ਕਹਿਣ ਦਾ ਮਤਲਬ ਹੈ ਕਿ ਗੋਲਕ ਦੀ ਦੁਰਵਰਤੋਂ ਹੈ ਤੇ ਉਸ ਪਾਸੇ ਇਹਨਾਂ ਨੂੰ ਕੋਈ ਧਿਆਨ ਨਹੀਂ ਹੈ ਕਿ ਸਾਡੇ ਰਿਹਾਇਸ਼ ਦਾ ਰਾਗੀ ਸਿੰਘਾਂ ਦੀ, ਗ੍ਰੰਥੀ ਸਿੰਘਾਂ ਦੀ, ਸੇਵਾਦਾਰਾਂ ਦੀ ਰਿਹਾਇਸ਼ ਹੈ, ਬੱਚਿਆਂ ਦੀ ਸਕੂਲ ਹੈ, ਉਹਨਾਂ ਦਾ ਐਜੂਕੇਸ਼ਨ ਹੈ, ਇਹਨਾਂ ਦਾ ਵੈਲਫੇਅਰ ਦੇ ਬਾਰੇ ਕੋਈ ਸੋਚ ਨਹੀਂ ਹੈ, ਸਿਰਫ ਪੈਸੇ ਦੀ ਦੁਰਵਰਤੋਂ। ਉਹਨਾਂ ਦੀ ਜਿਹੜੀ ਸੋਚ ਹੈ ਉੱਥੇ ਗੁਰੂ ਘਰ ਦੀ ਹਦੂਦ ਦੇ ਅੰਦਰ ਬੁੱਤ ਲਗਾਉਣ ਦੀ, ਹਾਂ, ਗੈਰ ਮਰਿਆਦਕ ਮੋਰਾਂ ਦੇ ਪੰਛੀਆਂ ਦੇ ਬੁੱਤ ਲਗਾਉਣ ਦੀ, ਬਿਲਕੁਲ ਬੱਚਿਆਂ ਦੇ ਬੁੱਤ ਲਗਾਉਣ ਦੀ, ਬਾਬਾ ਬੰਦਾ ਸਿੰਘ ਬਹਾਦਰ ਦਾ ਸਟੈਚੂ ਲਗਾਉਣ ਦੀ, ਜਿਹੜਾ ਕਿ ਇੱਕ ਕਿਸੇ ਚੌਕ ਦੇ ਵਿੱਚ ਹੋਣਾ ਚਾਹੀਦਾ, ਬਿਲਕੁਲ ਗੈਰ ਮਰਿਆਦਕ ਹੈ, ਔਰ ਜਿਸ ਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ। ਕਿਉਂਕਿ ਅੱਜ ਸੰਗਤ ਜਿਹੜੀ ਆ ਰਹੀ ਹੈ ਉਹ ਅਸੀਂ ਦੇਖਦੇ ਹਾਂ ਕਿ ਆਣ ਕੇ ਪਹਿਲੇ ਬੁੱਤ ਦੇ ਉੱਪਰ ਮੱਥਾ ਟੇਕਦੀ ਹੈ, ਫਿਰ ਉਹ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ। ਗੁਰਮੀਤ ਜੀ ਬਹੁਤ ਗੈਰ ਮਰਿਆਦਕ, ਗੈਰ ਸਿਧਾਂਤਕ ਕੰਮ ਹੋ ਰਹੇ ਨੇ। ਦੇਖੋ ਗੁਰਦੁਆਰਾ ਸਾਹਿਬ ਪੁਰਾਣੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਧਰਮਸ਼ਾਲਾ ਹੁੰਦੀਆਂ ਸਨ, ਧਰਮਸ਼ਾਲਾ ਤੋਂ ਗੁਰਦੁਆਰਾ ਸਾਹਿਬ ਆਏ। ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਜਿਹੜਾ ਲੱਗਿਆ ਹੈ, ਨਿਸ਼ਾਨ ਸਾਹਿਬ ਦਾ ਮਤਲਬ ਇਹ ਹੈ ਅਗਰ ਕੋਈ ਰਾਹਗੀਰ ਜਾਂ ਕੋਈ ਵੀ ਲੋੜਵੰਦ ਅਗਰ ਨਿਸ਼ਾਨ ਸਾਹਿਬ ਦਿਖੇਗਾ, ਖਾਲਸੇ ਨਿਸ਼ਾਨ ਸਾਹਿਬ ਅਗਰ ਝੁਲ ਰਿਹਾ ਉੱਥੇ, ਉਸ ਨੂੰ ਪਤਾ ਅਗਰ ਮੈਂ ਇੱਥੇ ਜਾਵਾਂਗਾ ਮੈਨੂੰ ਰਹਿਣ ਨੂੰ, ਖਾਣ ਨੂੰ ਲੰਗਰ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਜੀ ਮਾਇਕ ਸਹਾਇਤਾ, ਕੋਈ ਦਵਾ ਦਾਰੂ ਉਹ ਵੀ ਮਿਲੇਗੀ ਉਹਨੂੰ ਉੱਥੇ। ਇਹ ਨਿਸ਼ਾਨ ਸਾਹਿਬ ਦਾ ਇੱਕ ਮਤਲਬ ਲਗਾਉਣ ਦਾ ਗੁਰੂ ਮਹਾਰਾਜ ਦਾ ਇੱਕ ਜਿਹੜਾ ਤਰੀਕਾ ਕਰ ਸਿਧਾਂਤ ਸੀ ਉਹਨਾਂ ਦਾ। ਲੇਕਿਨ ਅੱਜ ਦੀ ਡੇਟ ਵਿੱਚ ਤੁਸੀਂ ਦੇਖੋ ਅਸੀਂ ਗੁਰਦੁਆਰਾ ਸਾਹਿਬ ਆਏ ਹਾਂ, ਅਸੀਂ ਸਭ ਤੋਂ ਪਹਿਲੀ ਪ੍ਰਾਇਰਟੀ ਇਹ ਰੱਖੀ ਕਿ ਰਿਹਾਇਸ਼ ਮਾਇਕ ਅਸੀਂ ਸਹਾਇਤਾ ਕਿਸੇ ਨੂੰ ਦੇ ਨਹੀਂ ਸਕਦੇ ਕਿਉਂਕਿ ਸਾਡੀਆਂ ਪਾਬੰਦੀਆਂ ਸਨ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਆਉਂਦੇ ਸਨ ਤੇ ਕੁਝ ਸਾਡੇ ਤੇ ਵੀ ਬੜੀਆਂ ਜਿਹੜੀਆਂ ਬਾਈਂਡਿੰਗ ਸਨ ਉਹਦੇ ਸਾਡੇ ਤੇ ਲੇਕਿਨ ਅਸੀਂ ਲੰਗਰ ਤੇ ਰਿਹਾਇਸ਼ ਦੋ ਕੰਮ ਦਾ ਅਸੀਂ ਰੱਖਿਆ ਤਾਂ ਅਸੀਂ 24 ਘੰਟੇ ਅਗਰ ਆਏਗਾ ਤੁਹਾਡਾ ਕੋਈ ਯਾਤਰੂ ਆਂਦਾ ਉਹਨੂੰ ਰਹਿਣ ਨੂੰ ਔਰ ਲੰਗਰ ਦਾ ਇੰਤਜ਼ਾਮ ਹੋਣਾ ਚਾਹੀਦਾ। ਲੇਕਿਨ ਅੱਜ ਦੀ ਡੇਟ 'ਚ ਅਗਰ ਤੁਸੀਂ ਬਾਹਰ ਜਾ ਕੇ ਦੇਖੋ ਅਸੀਂ ਵੀ ਉਹਨੂੰ ਇੱਕ ਪਰਿਵਾਰਕ ਸਾਡਾ ਇਸੇ ਮਾਸਟਰ 'ਚ ਰਹਿੰਦੇ ਹਾਂ ਅਸੀਂ, ਤੇ ਅੱਜ ਮੈਨੂੰ ਲੱਗਦਾ ਕਿ ਸੇਵਾਦਾਰਾਂ ਨੂੰ ਲੰਗਰ ਨਹੀਂ ਠੀਕ ਮਿਲ ਰਿਹਾ ਤੇ ਬਾਕੀ ਦੇ ਤੁਸੀਂ ਯਾਤਰੂ ਦੀ ਗੱਲ ਹੀ ਛੱਡ ਦਿਓ, ਰਹਿਣ ਦੀ ਤਾਂ ਗੱਲ ਹੀ ਛੱਡ ਦਿਓ। ਦੂਸਰਾ ਇਹ ਇੱਕ ਸਵਾਲ ਹੈ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਇਲੈਕਸ਼ਨ ਆਉਂਦੀ ਹੈ ਜੀ ਔਰ ਇਹ ਧਾਰਮਿਕ ਇਲੈਕਸ਼ਨ ਹੈ ਔਰ ਸੰਗਤਾਂ ਜਿਹੜੇ ਨੁਮਾਇੰਦੇ ਚੁਣ ਕੇ ਭੇਜਦੀਆਂ ਹਨ ਉਹਨਾਂ ਦਾ ਕੰਮ ਹੁੰਦਾ ਗੁਰੂ ਘਰ ਦੀ ਸੇਵਾ ਸੰਭਾਲ, ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਨੀ, ਗਰੀਬ ਕਾ ਮੂੰਹ ਗੁਰੂ ਕੀ ਗੋਲਕ। ਮਗਰ ਅਸੀਂ ਦੇਖਦੇ ਹਾਂ ਕਿ ਅੱਜ ਬਹੁਤ ਸਾਰੇ ਜਿਹੜੇ ਚਿਹਰੇ ਮੈਦਾਨ ਵਿੱਚ ਉਤਰ ਜਾਂਦੇ ਨੇ ਤੇ ਜੀਵਨ ਪੱਖੋਂ ਵੀ ਅਸੀਂ ਦੇਖਦੇ ਉਹਨਾਂ ਦਾ ਮਿਆਰ ਕੋਈ ਪੱਧਰ ਦਾ ਨਹੀਂ ਹੁੰਦਾ। ਇਲੈਕਸ਼ਨ ਆਈ ਤੇ ਕਕਾਰ ਪਾ ਲਏ, ਇਲੈਕਸ਼ਨ ਤੋਂ ਬਾਅਦ ਪਤਾ ਨਹੀਂ ਹੁੰਦਾ। ਔਰ ਕਈ ਕੈਂਡੀਡੇਟ ਐਸੇ ਵੀ ਨੇ ਜਿਹੜੇ ਸ਼ਰਾਬਾਂ ਦੀ ਵਰਤੋਂ ਕਰਕੇ ਇਸ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਸ਼ਰਾਬਾਂ ਦੀ ਵਰਤੋਂ ਵੀ ਕਰਦੇ ਨੇ, ਸ਼ਰਾਬਾਂ ਦੀ ਵਰਤੋਂ ਕਰਕੇ ਉਹ ਇਲੈਕਸ਼ਨ ਜਿੱਤਣਾ ਚਾਹੁੰਦੇ ਨੇ। ਔਰ ਇਹ ਵੀ ਮੈਂ ਇੱਕ ਚੀਜ਼ ਇਹ ਜ਼ਰੂਰ ਕਹਾਂਗਾ ਕਿ ਇੱਕ ਸਿੱਖ ਹੋਣ ਦੇ ਨਾਤੇ ਕਿ ਇਹ ਸੰਗਤਾਂ ਦਾ ਵੀ ਫਰਜ਼ ਬਣਦਾ, ਦਾਇਿਤਵ ਬਣਦਾ ਕਿ ਜਦੋਂ ਤੁਸੀਂ ਕਿਸੇ ਪ੍ਰਬੰਧਕ ਨੂੰ ਚੁਣਦੇ ਹੋ ਜਾਂ ਵੋਟ ਪਾਉਂਦੇ ਹੋ ਤੇ ਕਮ ਸੇ ਕਮ ਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਧਿਆਨ ਧਰ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਸੰਭਾਲ ਦਾ ਜਿੰਮਾ ਅਸੀਂ ਉਸ ਨੂੰ ਸੌਂਪਣਾ ਹੁੰਦਾ ਔਰ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖੀਏ ਕਿ ਜਿਹੜਾ ਵੀ ਕੈਂਡੀਡੇਟ ਅੱਜ ਸ਼ਰਾਬਾਂ ਪਿਲਾ ਰਿਹਾ ਉਸਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀ ਕਰਨਾ ਹੈ, ਉਹ ਸਿੱਖੀ ਦਾ ਨੁਕਸਾਨ ਕਰੇਗਾ। ਔਰ ਜਿਹੜੀ ਯੋਗਤਾ ਰੱਖਦਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਅਗਰ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਸੀ ਤਾਂ 7 ਸਾਲ ਪ੍ਰੀਖਿਆ ਲਈ ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਤੇ 11 ਸਾਲ ਲਈ। ਤੇ ਅਸੀਂ ਵੀ ਚੰਗੇ ਤਰੀਕੇ ਨਾਲ ਸੋਚ ਵਿਚਾਰ ਕੇ ਸਮਝ ਕੇ ਔਰ ਜੋ ਯੋਗ ਹੈ ਯੋਗਤਾ ਦੇ ਆਧਾਰ ਦੇ ਉੱਪਰ ਅਸੀਂ ਕੈਂਡੀਡੇਟ ਚੁਣੀਏ, ਨਾ ਕਿ ਜਾਤ ਫਿਰਕੇ ਬਲਾਦਰੀਆਂ ਦੇ ਵਿੱਚ ਫਸ ਕੇ ਜਾਂ ਆਪਣੇ ਨਿੱਜੀ ਸਵਾਰਥਾਂ ਦੇ ਖਾਤਰ ਅਸੀਂ ਜਿਹੜੇ ਨੇ ਉਹ ਕੈਂਡੀਡੇਟ ਚੁਣੀਏ। ਖੈਰ ਆਪ ਜੀ ਨੂੰ ਇੱਕ ਸਵਾਲ ਹੋ ਰਿਹਾ ਕਿ ਕੱਲ ਇੱਕ IPS ਅਫਸਰ ਹੈ ਇੰਡੀਆ ਦੀ ਕਿਰਨ ਬੇਦੀ, ਉਸਨੇ 2 ਦਿਨ ਪਹਿਲਾਂ ਇੱਕ ਕਿਸੇ ਸੈਮੀਨਾਰ ਦੇ ਵਿੱਚ ਫੰਕਸ਼ਨ ਦੇ ਵਿੱਚ ਆਪਣੀ ਬੁੱਕ ਰਿਲੀਜ਼ ਕਰਦਿਆਂ ਲਾਂਚਿੰਗ ਸਮੇਂ ਸਿੱਖ ਕੌਮ ਦੇ ਉੱਪਰ ਇੱਕ ਕਟਾਕਸ਼ ਕੀਤਾ ਕਿ ਉਹ ਆਪਣੀ ਘੜੀ ਵਾਲੇ ਪਾਸੇ ਦੇਖਦੀ ਹੈ ਤੇ ਦੇਖ ਕੇ ਕਹਿੰਦੀ ਹੈ 12 ਵਜਣ ਨੂੰ 20 ਮਿੰਟ ਪਕਾਇਆ ਨੇ। ਤੇ ਚਲੋ ਚੰਗਾ, ਇੱਥੇ ਕੋਈ ਸਰਦਾਰ ਜੀ ਵੀ ਨਹੀਂ ਬੈਠੇ ਹੋਏ ਤੇ ਵਿੱਚੋਂ ਕਿਸੇ ਨੇ ਆਵਾਜ਼ ਕੀਤੀ ਕਿ ਜੀ 2 ਬੈਠੇ ਨੇ, ਇਹ ਜੀ ਇਹ ਆਪਣੇ ਨੇ। ਉਸਨੇ ਕਟਾਕਸ਼ ਕੀਤਾ 12 ਵਜੇ ਨੂੰ ਲੈ ਕੇ। ਤੇ ਕੱਲ ਕਾਫੀ ਜਥੇਬੰਦੀਆਂ ਸੰਸਥਾਵਾਂ ਨੇ ਉਸ ਚੀਜ਼ ਦਾ ਵਿਰੋਧ ਵੀ ਕੀਤਾ ਤੇ ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਗੁਰਮੀਤ ਜੀ, ਪਹਿਲੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਗੁਰਦੁਆਰਿਆਂ ਦੇ ਨਿਜ਼ਾਮ ਦੇ ਬਾਰੇ ਤੁਸੀਂ ਗੱਲ ਕਹੀ ਹੈ, ਸੰਗਤਾਂ ਦਾ ਇੱਕ ਬੜਾ ਇੱਕ
ਫਰਜ਼ ਬਣਦਾ ਕਿ ਅਸੀਂ ਅਗਰ ਇੱਕ ਘਰ ਦੇ ਵਿੱਚ ਅੱਜ ਹਰ ਘਰ ਦੇ ਵਿੱਚ ਇੱਕ ਕਾਰ ਹੈ ਤੇ ਕੁਝ ਲੋਕੀ ਐਸੇ ਵੀ ਹਨ ਨੇ, ਮੈਨੂੰ ਲੱਗਦਾ 50% ਜਾਂ 40% ਐਸੇ ਹੋਣਗੇ ਜੀ ਜਿਨ੍ਹਾਂ ਨੇ ਆਪਣੀ ਜਿਹੜੇ ਆਪੇ ਨਹੀਂ ਚਲਾ ਸਕਦੇ ਜਾਂ ਬਜ਼ੁਰਗ ਨੇ ਕੁਛ ਨੇ, ਉਹ ਕਾਰ ਦਾ ਜਿਸਲੇ ਡਰਾਈਵਰ ਰੱਖਦੇ ਨੇ ਨਾ ਤੇ ਉਹਦੀ ਪੂਰੀ ਪੜਚੋਲ ਕਰਦੇ ਨੇ ਕਿ ਡਰਾਈਵਰ ਕਾਰ ਚਲਾ ਸਕਦਾ ਹੈ ਨਹੀਂ ਚਲਾ ਸਕਦਾ, ਮੇਰੀ ਕਾਰ ਦਾ ਨੁਕਸਾਨ ਤਾਂ ਨਹੀਂ ਕਰੇਗਾ, ਕਿਤੇ ਮੈਨੂੰ ਤਾਂ ਨਹੀਂ ਮਾਰ ਦੇਗਾ। ਤੇ ਗੁਰੂ ਘਰ ਜਿੱਥੋਂ ਅਸੀਂ ਆਪ ਵੀ ਸਿੱਖਿਆ ਲੈਣੀ ਹੈ ਤੇ ਦੂਜਿਆਂ ਨੂੰ ਵੀ ਸਿੱਖਿਆ ਦੇਣੀ ਹੈ, ਉਹਨਾਂ ਦੇ ਜਿਹੜੇ ਨਿਜ਼ਾਮ ਹੈ ਜਿਹੜਾ ਉਹ ਅਗਰ ਅਸੀਂ ਕਿਸੇ ਬੰਦੇ ਦੇ ਹੱਥ ਦੇਣਾ, ਹੱਥ ਕਿਸ ਤਰ੍ਹਾਂ ਦੇਣਾ, ਅੱਜ ਜਿਸ ਤਰ੍ਹਾਂ ਚੁਣਾਵ ਆਏ ਦੇ ਨੇ, ਅਸੀਂ ਉਸ ਨੂੰ ਵੋਟ ਦੇਣੀ ਹੈ, ਉਸ ਨੂੰ ਚੁਣਨਾ ਤੇ ਉਹਨੇ ਜਾ ਕੇ ਅੱਗੇ ਗੁਰਦੁਆਰਾ ਸਾਹਿਬ ਦੇ ਨਿਜ਼ਾਮ ਨੂੰ ਚਲਾਉਣਾ। ਜੇ ਇੱਕ ਹਲਕੇ ਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਜਾਂਦਾ ਜਿਸ ਤਰ੍ਹਾਂ ਗੁਰੂ ਨਾਨਕ ਨਗਰ ਹੈ, ਤੇ ਗੁਰੂ ਨਾਨਕ ਨਗਰ ਦਾ ਜਿਹੜਾ ਮੈਂਬਰ ਚੁਣਿਆ ਜਾਏਗਾ ਉਹਦੀ ਜ਼ਿੰਮੇਵਾਰੀ ਹੈ ਕਿ ਗੁਰੂ ਨਾਨਕ ਨਗਰ ਹਲਕੇ ਦੇ ਅੰਦਰ ਜਿਹੜਾ ਇਹ 14,000 ਵੋਟਰ ਹੈ, 14,000 ਦੇ ਕਰੀਬ ਜਿਹੜਾ ਵੋਟਰ ਹੈ, ਇਹਦੇ ਸੰਬੰਧਿਤ ਜਿਤਨੇ ਗੁਰਦੁਆਰਾ ਸਾਹਿਬਾਨ ਹਨ ਉਹਨਾਂ ਦੀ ਦੇਖ ਰੇਖ ਦਾ ਕੋਈ ਉੱਥੇ ਕਮੀ ਪੇਸ਼ੀ ਕਿਸੇ ਕਿਸਮ ਦੀ ਕੋਈ ਗੈਰ ਸਿਧਾਂਤਕ ਗੈਰ ਮਰਿਆਦਕ ਗੱਲ ਹੋ ਰਹੀ ਹੈ ਤੇ ਉਹਦਾ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਦੇਖਣਾ, ਔਰ ਉਹ ਤਾਂ ਦੇਖ ਸਕੇਗਾ ਕਿ ਬਾਈ ਉਹਨੂੰ ਕੋਈ ਇਹੋ ਜਿਹਾ ਤੁਸੀਂ ਚੁਣ ਕੇ ਸੰਗਤ ਬੰਦਾ ਅੱਗੇ ਭੇਜੇਗੀ ਤੇ ਨਾਲ ਸੰਗਤ ਉਸ ਨੂੰ ਸਹਿਯੋਗ ਦੇਗੀ। ਇੱਕ ਮੈਂਬਰ ਜਿਹੜਾ ਉਹ ਇਤਨੇ ਇਲਾਕੇ 'ਚ ਕਿੱਥੇ ਜਾਏਗਾ, ਕਿੱਥੇ ਘੁੰਮੇਗਾ, ਕੋਸ਼ਿਸ਼ ਤਾਂ ਕਰੇਗਾ, ਲੇਕਿਨ ਸੂਝਵਾਨ ਸੰਗਤਾਂ ਹੋਣਗੀਆਂ ਤੇ ਉਹ ਸੁਝਾਅ ਦਿੰਦੀਆਂ ਨੇ ਅੱਜ ਇੱਥੇ ਇਹ ਚੀਜ਼ ਹੋ ਰਹੀ ਹੈ, ਇੱਥੇ ਚੀਜ਼ ਹੋ ਰਹੀ ਹੈ, ਤੇ ਉਸ ਮੈਂਬਰ ਦਾ ਵੀ ਫਰਜ਼ ਬਣਦਾ ਹੈ ਕਿ ਉਹਨੇ ਉਹਨਾਂ ਸੁਝਾਵਾਂ ਨੂੰ ਆਪਣੇ ਤਰੀਕੇ ਨਾਲ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਤੇ ਬਈ ਕੋਸ਼ਿਸ਼ ਕਰਨੀ ਕਿ ਕੋਈ ਵੀ ਮਸਲਿਆਤ ਨੂੰ ਉਹਨੂੰ ਹੱਲ ਕੀਤਾ ਜਾਵੇ। ਤੇ ਇਸ ਕਰਕੇ ਇਹ ਸੰਗਤਾਂ ਦਾ ਬੜਾ ਇਹਦੇ ਸਹਿਯੋਗ ਹੈ ਕਿ ਉਸ ਨੂੰ ਅੱਛੇ ਬੰਦੇ ਚੁਣ ਕੇ ਜਿਹੜੇ ਕਾਬਲ ਹੋਣ, ਉਹਨਾਂ ਨੂੰ ਕਾਬਲ ਲੱਗਣ, ਉਹ ਜਿਹੜੇ ਜ਼ਿੰਮੇਵਾਰੀ ਨਿਭਾ ਸਕਦੇ ਨੇ ਉਹਨਾਂ ਨੂੰ ਚੁਣ ਕੇ ਅੱਗੇ ਭੇਜਣ। ਦੂਸਰੀ ਗੱਲ ਤੁਸੀਂ ਕੀਤੀ ਜਿਹੜੀ IAS ਅਫਸਰ ਲੇਡੀ ਹੈ ਜਿਹੜੀ ਕਿਰਨ ਬੇਦੀ ਦੀ, ਮੈਂ ਤੇ ਕਹਾਂਗਾ ਸਭ ਤੋਂ ਵੱਡੀ ਨਲਾਇਕੀ ਇਸ ਕੇਂਦਰ ਸਰਕਾਰ ਦੀ ਹੈ ਜਿਸ ਦਾ ਇੱਕ IAS ਜਿਹੜੀ IPS ਕੰਟਰੀ ਹੈ, ਕੰਟਰੀ ਦੇ ਜਿਹੜੇ ਸਾਡੇ IAS IPS ਜਿਹੜੇ ਬਿਊਰੋਕਰੈਟ ਜਿਹੜੇ ਅਫਸਰ ਨੇ ਇਹ ਇਸ ਨੂੰ ਚਲਾਉਂਦੇ ਨੇ, ਸਾਡੀ ਕੰਟਰੀ ਨੂੰ ਚਲਾਉਂਦੇ ਨੇ, ਉਹਦੇ 'ਚ ਕੋਈ ਪਾਲਿਸੀਜ਼ ਬਣਦੀਆਂ ਨੇ, ਈਵਨ ਕਿ ਪੋਲੀਟੀਸ਼ਨਾਂ ਨੂੰ ਵੀ ਇਹੀ ਗਾਈਡ ਕਰਦੇ ਨੇ। ਨਵਾਂ ਬੰਦਾ ਕੋਈ MLA ਚੁਣ ਕੇ ਆਉਂਦਾ, ਵੋਟ ਮਿਲਦੀ, ਉਹਨੂੰ ਮੈਜੋਰਟੀ ਮਿਲਦੀ, ਆ ਜਾਂਦਾ, ਉਸ ਨੂੰ ਕੀ ਪਤਾ ਸਰਕਾਰ ਕਿਸ ਤਰ੍ਹਾਂ ਚਾਲਣੀ ਹੈ, ਡਿਪਾਰਟਮੈਂਟ ਕੀ ਹੈ, ਇਹ ਲੋਕ ਉਸ ਨੂੰ ਗਾਈਡ ਕਰਦੇ ਨੇ। ਤੇ ਜੇ ਇਸ ਕਿਰਨ ਬੇਦੀ ਨੇ ਜਿਹੜੇ ਇਹ ਰਿਮਾਰਕਸ ਦਿੱਤੇ ਨੇ, ਜਿਹੜੇ ਇਸਨੇ ਜੋ ਵੀ ਇਸਨੇ ਗੱਲ ਕਹੀ ਹੈ, ਇਹ ਇਹਦੀ ਜਿਹੜੀ ਇਹਨਾਂ ਦੀ ਮਤਲਬ ਇੱਕ ਥੱਬਾ ਹੈ ਇਸ ਸਰਕਾਰ ਨੂੰ। ਪਹਿਲੇ ਇਹਦੇ ਤੇ ਖੁਦ ਐਕਸ਼ਨ ਲੈਣਾ ਚਾਹੀਦਾ ਸੀ ਕਿ ਸਾਡੀ ਕਮਿਊਨਿਟੀ ਦਾ ਕੋਈ ਪ੍ਰੋਟੈਸਟ ਕਰੇ ਜਾਂ ਕੁਝ ਕਰੇ ਤੇ ਪਤਾ ਲੱਗੇ ਕਿ ਇਹ ਸਰਕਾਰ ਜਿਹੜੀ ਹੈ ਇਹ ਸਾਰਿਆਂ ਨੂੰ ਮਤਲਬ ਇੱਕ ਬਰਾਬਰ ਦੀ ਨਜ਼ਰ ਨਾਲ ਦੇਖਦੀ ਹੈ, ਲੇਕਿਨ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਔਰ ਇਸਨੇ ਜਿਹੜੇ ਰਿਮਾਰਕਸ ਦਿੱਤੇ ਨੇ ਇਸਨੇ, ਮੈਂ ਤਾਂ ਕਹਿੰਦਾ ਇਹਦੇ ਕੋਈ ਇਸ ਨੂੰ ਤੁਸੀਂ ਕਹੋਗੇ ਕਿ ਸ਼ਾਇਦ ਇਹਦੀ ਕੋਈ ਸੁੱਧ ਬੁੱਧ ਗੁੰਮ ਹੈ। ਹੁਣ ਇਸਨੇ ਜਦੋਂ ਪੰਥ ਦੇ ਵਿੱਚ ਕਾਫੀ ਸੰਸਥਾਵਾਂ ਜਥੇਬੰਦੀਆਂ ਨੇ ਇਹਦਾ ਬਿਆਨ ਦੀ ਨਿਖੇਧੀ ਕੀਤੀ ਹੈ, ਉਸਨੇ ਮਾਫੀ ਵੀ ਮੰਗ ਲਈ ਹੈ। ਪਰ ਗੁਰਬੀਰ ਜੀ ਗੱਲ ਇਹ ਆ, ਉਸਦੀ ਸੋਝੀ ਦਾ ਤੇ ਪਤਾ ਲੱਗ ਗਿਆ ਨਾ ਤੁਹਾਨੂੰ। ਮਾਫੀ ਮੰਗਣੀ ਅਗਰ ਤੂੰ ਇੱਕ ਇਤਨੇ ਵੱਡੇ ਅਹੁਦਿਆਂ ਤੇ ਰਹੀ ਹੈ, ਤੂੰ ਇੱਕ ਗਵਰਨਰ ਵੀ ਰਹੀ ਹੈ ਕਿਸੇ UT ਦੀ, ਮੈਨੂੰ ਲੱਗਦਾ ਸ਼ਾਇਦ, ਤਾਂ ਮਤਲਬ ਤੁਸੀਂ ਦੇਖੋ ਇਸਨੇ ਕੀ ਉੱਥੇ ਦਾ ਨਿਜ਼ਾਮ ਚਲਾਇਆ ਹੋਣਾ ਜਿਸ ਨੂੰ ਇਤਨੀ ਸਮਝ ਨਹੀਂ ਹੈ ਕਿ ਹਿਸਟਰੀ ਦਾ ਨਹੀਂ ਪਤਾ ਕਿ ਸਿੱਖਾਂ ਦੀ ਹਿਸਟਰੀ ਕੀ ਰਹੀ ਹੈ। 12 ਵਜੇ, ਹੁਣ ਮੈਂ ਉਹ ਵਾਲੇ ਸ਼ਬਦ ਇੱਥੇ ਬੋਲਣਾ ਨਹੀਂ ਚਾਹੁੰਦਾ ਕਿ 12 ਵਜੇ ਦਾ ਕਨੈਕਸ਼ਨ ਕਿਹਦੇ ਨਾਲ ਸੀ, ਇਹ ਇਹਨਾਂ ਨੂੰ ਇਸ ਨੂੰ ਪਤਾ ਹੋਣਾ ਚਾਹੀਦਾ। ਇਟ ਮੀਨ ਇਸ ਨੂੰ ਪਤਾ ਨਹੀਂ ਹੈ। ਮੈਨੂੰ ਲੱਗਦਾ ਜਿਵੇਂ ਅਸੀਂ ਸੁਣਦੇ ਹਾਂ ਕਿ ਬਈ ਕਈਆਂ ਇਲਾਕਿਆਂ ਦੇ ਵਿੱਚ ਜਿਹੜੇ ਨੇ ਕੋਈ ਪੈਸਾ ਦੇ ਕੇ, ਇੱਥੇ ਕਈ ਵਾਰ ਤੁਸੀਂ ਦੇਖੋ ਅਸੀਂ ਪੇਪਰਾਂ 'ਚ ਵੀ ਪੜ੍ਹਦੇ ਹਾਂ ਜਿਹੜੇ ਕਿ ਲੋਕੀ ਪੈਸਾ ਦੇ ਕੇ ਪੇਪਰ ਪਾਸ ਕਰ ਲੈਂਦੇ ਨੇ, ਉਹ ਕੁਆਲੀਫਾਈ ਹੋ ਜਾਂਦੇ ਨੇ, ਇਹ ਕਰ ਲੈਂਦੇ, ਇਹ ਵੀ ਕਿਤੇ ਉਸੇ ਕੈਟਾਗਰੀ ਦੇ ਵਿੱਚ ਇਹਦੇ ਆਈ ਦੀ ਹੈ ਜੀ। ਹਾਂ, ਅੱਛਾ, ਅਖੀਰ ਦੇ ਵਿੱਚ ਵੀਰ ਜਗਪਾਲ ਸਿੰਘ ਜੀ, ਆਪ ਜੀ ਗੁਰੂ ਨਾਨਕ ਨਗਰ ਹਲਕੇ ਦੇ ਉਮੀਦਵਾਰ ਹੋ ਪੰਥਕ ਏਕਤਾ ਮੋਰਚੇ ਦੀ ਜੀ, ਤੇ ਆਪ ਜੀ ਦਾ ਚੋਣ ਨਿਸ਼ਾਨ ਕੰਪਿਊਟਰ ਹੈ ਜੀ। ਤੇ ਸੰਗਤਾਂ ਨੂੰ ਆਪ ਜੀ ਕੇ ਅਖੀਰ ਵਿੱਚ ਬੇਨਤੀ ਕਰਨੀ ਚਾਹੋਗੇ ਆਪਣੇ ਹਲਕੇ ਦੇ ਸੰਗਤਾਂ ਨੂੰ ਆਪਣੇ ਚੋਣ ਨਿਸ਼ਾਨ ਦੇ ਬਾਰੇ ਕੁਝ ਜੋ ਵੀ ਆਪ ਜੀ ਬੇਨਤੀ ਕਰਨਾ ਚਾਹੋ ਤੇ ਆਪ ਜੀ ਕਰ ਸਕਦੇ ਹੋ ਜੀ। ਸੰਗਤਾਂ ਪ੍ਰਤੀ ਮੇਰੀ ਇਹ ਬੇਨਤੀ ਹੈ ਜੀ ਕਿ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਜਾਏ। ਦਾਸ ਦਾ ਜੋ ਚੁਣਾਵ ਨਿਸ਼ਾਨ ਆ ਉਹ ਕੰਪਿਊਟਰ ਹੈ। 27 ਤਰੀਕ ਨੂੰ ਵੋਟਾਂ ਪੈਣੀਆਂ ਨੇ, 7 ਵਜੇ ਤੋਂ ਲੈ ਕੇ 1 ਵਜੇ ਤੱਕ ਟਾਈਮ ਹੈ। ਇਹ ਤੁਹਾਡਾ ਅੱਜ ਦਾ ਜਿਹੜਾ ਤੁਸੀਂ ਚਾਹੇ ਉਹ 10 ਮਿੰਟ ਲੱਗਣਗੇ ਜਾਂ ਅੱਧਾ ਘੰਟਾ ਲੱਗੇਗਾ, 1 ਘੰਟਾ ਲੱਗੇਗਾ ਤੁਹਾਡਾ ਵੋਟ ਪਾਉਣ ਨੂੰ, ਇਹ ਤੁਸੀਂ ਅਗਲੇ 5 ਸਾਲ ਆਪਣੇ ਜਿਹੜੇ ਨੇ ਅਗਰ
ਅੱਛੇ ਮੈਂਬਰ ਚੁਣ ਕੇ ਅੱਗੇ ਆਉਂਦੇ ਨੇ, ਅਗਰ ਤੁਸੀਂ ਉਹਨਾਂ ਨੂੰ ਸਹਿਯੋਗ ਕਰੋਗੇ, ਅੱਜ ਤੁਸੀਂ ਉਹਨਾਂ ਨੂੰ ਚੁਣੋਗੇ, ਕੱਲ੍ਹ ਆਪਣੇ ਸੁਝਾਅ ਦਿਓਗੇ, ਤੁਸੀਂ ਸਾਡੀ ਕਮਿਊਨਿਟੀ ਦੇ ਵਿੱਚ ਬੜੇ ਅੱਛੇ ਪੜ੍ਹੇ ਲਿਖੇ ਲੋਕ ਨੇ, ਇੰਟੈਲੈਕਚੁਅਲ ਲੋਕ ਨੇ, ਕੁਝ ਰਿਟਾਇਰਡ ਨੇ, ਕੁਝ ਸਰਵਿਸ ਵਿੱਚ ਨੇ, ਸਾਰਿਆਂ ਦਾ ਸਹਿਯੋਗ ਹੋਏਗਾ ਤੇ ਅਸੀਂ ਕੁਝ ਅੱਛਾ ਕਰ ਪਾਵਾਂਗੇ। ਤੇ ਲਿਹਾਜ਼ਾ ਮੇਰੀ ਆਪ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਦਾਸ ਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ ਕਿ ਅਸੀਂ ਵੀ ਕੁਝ ਕਰਨਾ ਚਾਹੁੰਦੇ ਹਾਂ, ਕੁਝ ਕਰ ਸਕੀਏ। ਤੇ 27 ਤਰੀਕ ਨੂੰ ਜੋ ਸਾਡਾ ਚੁਣਾਵ ਨਿਸ਼ਾਨ ਹੈ ਕੰਪਿਊਟਰ, ਉਸ 'ਤੇ ਟਿਕ ਕਰਕੇ ਸਾਨੂੰ 5 ਸਾਲ ਦੀ ਸੇਵਾ ਦਾ ਮੌਕਾ ਬਖਸ਼ੋ। ਆਪ ਜੀ ਦੇ ਬਹੁਤ ਅਸੀਂ ਧੰਨਵਾਦੀ ਹਾਂ। ਸੋ ਆਪ ਜੀ ਦਾ BGSY ਚੈਨਲ ਦੇ ਉੱਪਰ ਬਹੁਤ ਧੰਨਵਾਦ ਕਰਦੇ ਹਾਂ ਜੋ ਆਪ ਜੀ ਨੇ ਆਪਣਾ ਕੀਮਤੀ ਸਮਾਂ ਜਿਹੜਾ ਹੈ ਇਸ ਇਲੈਕਸ਼ਨ ਦੇ ਦੌਰਾਨ ਚੁਣਾਵ ਪ੍ਰਚਾਰ ਦੇ ਵਿੱਚੋਂ ਕੱਢ ਕੇ ਸਾਨੂੰ ਦਿੱਤਾ ਤੇ ਸੰਗਤਾਂ ਦੇ ਆਪ ਜੀ ਰੂਬਰੂ ਹੋਏ ਹੋ। ਸੋ ਸਾਰੀਆਂ ਹੀ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਚੁਣਾਵ ਦੇ ਵਿੱਚ ਜਿਹੜੀ ਵੋਟ ਹੈ ਉਹ ਸੋਚ ਸਮਝ ਕੇ ਕਰਿਓ, ਕਿਉਂਕਿ ਗੁਰੂ ਘਰਾਂ ਦਾ ਨਿਜ਼ਾਮ ਚਲਾਉਣਾ, ਇੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਤੇ ਸੰਭਾਲ ਦੀ ਗੱਲ ਹੈ। ਇਹੋ ਜਿਹੇ ਪ੍ਰਬੰਧਕ ਨਾ ਚੁਣ ਕੇ ਲੈ ਆਈਏ ਜਿਨ੍ਹਾਂ ਦੀ ਕਰਨੀ ਤੇ ਕਥਨੀ ਦੇ ਵਿੱਚ ਅੰਤਰ ਹੋਵੇ, ਜਿਨ੍ਹਾਂ ਦੇ ਜੀਵਨ ਦਾ ਮਿਆਰ ਉਸ ਪੱਧਰ ਦਾ ਨਾ ਹੋਵੇ ਕਿ ਉਹ ਦੂਸਰੇ ਦੇ ਵਾਸਤੇ ਇੱਕ ਆਈਡਲ ਬਣ ਸਕਣ। ਸੋ ਇਹ ਕੁਝ ਬੇਨਤੀਆਂ ਨੇ, ਆਸ ਹੈ ਸੰਗਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਗੌਰ ਕਰਕੇ 27 ਤਾਰੀਖ ਨੂੰ ਜਿਹੜਾ ਹੈ ਉਹ ਚੁਣਾਵ ਦਾ ਜਿਹੜਾ ਮਸ਼ੀਨ ਦਾ ਬਟਨ ਹੈ ਉਹ ਦਬਾਉਣਗੇ। ਸੋ ਸਾਰੀਆਂ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਤਾਂ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਇਸ ਇੰਟਰਵਿਊ ਜਿਹੜੀਆਂ ਨੇ ਦੇਖ ਸਕਣ, ਸੁਣ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।